मॉर्निंग स्टूडेंट्स टूडेज अवर टॉपिक इज़ ग्लोबलाइजेशनस। ਆਪਾਂ ਕਰ ਰਹੇ ਸੀ ਨਿਊ ਇਕਨੋਮਿਕ ਪॉलिसी जिंदे अंडर ਆਪਾਂ ਕਰ ਲਿਆ ਸੀਗਾ ਲਿਬਰਲਾਈजेशनस ਪ੍ਰਾਈਵੇਟਾਈजेशनस ਐਂਡ ਅੱਜ ਕਰਾਂਗੇ ਆਪਾਂ ग्लोबलाइजेशनस। ठीक है, ग्लोबलाइजेशन की है? ग्लोबलाइजेशन ਦੇ ਵਿੱਚ ਕੀ ਆ ਜਾਏਗਾ, ਇੰਟੀਗ੍ਰੇਟਿੰਗ ਦ ਇਕੋਨਮੀ ਆਫ ए ਕੰਟਰੀ, ਆਪਣੀ ਇਕੋਨਮੀ ਨੂੰ ਦੂਸਰੀ ਕੰਟਰੀਜ਼ ਦੇ ਨਾਲ ਇੰਟੀਗ੍ਰੇਟ ਕਰਨਾ ਵਿਦ ਦੀ ਅਦਰ ਕੰਟਰੀ ਅੰਡਰ ਕੰਡੀਸ਼ਨ ਆਫ ਫਰੀ ਫਲੋ ਆਫ ਟ੍ਰੇਡ। ਹੁਣ ਵਪਾਰ ਕਰਨ ਦੀ ਆਜ਼ਾਦੀ ਹੈ ਐਂਡ ਕੈਪੀਟਲ ਐਂਡ ਮੂਵਮੈਂਟ ਆਫ ਪਰਸਨ ਅਕਰੋਸ ਦਾ ਬੋਰਡਰ। ਹੁਣ ਕੀ ਹੋਏਗਾ ਕਿ ਆਪਾਂ ਦੂਸਰੇ ਦੇਸ਼ਾਂ ਦੇ ਅਰਥ ਵਿਵਸਥਾਵਾਂ ਦੇ ਨਾਲ ਫਰੀ ਟ੍ਰੇਡ, ਖੁੱਲ੍ਹਾ ਵਪਾਰ, ਮਜ਼ਦੂਰਾਂ ਅਤੇ ਕੈਪੀਟਲ ਦਾ ਆਪਾਂ ਕੀ ਹੈ ਇਹਦੀ ਗਤੀਸ਼ੀਲਤਾ ਆਦਿ ਨੂੰ ਨਾਲ ਦੁਆਰਾ ਕੀ ਹੈ ਸੰਬੰਧਿਤ ਕਰਨਾ ਹੈ। ਯਾਨੀ ਕਿ ਆਪਣੀ ਇਕੋਨਮੀ ਨੂੰ ਦੂਸਰੀ ਇਕੋਨਮੀਜ਼ ਦੇ ਨਾਲ, ਦੂਸਰੀ ਅਦਰਸ ਕੰਟਰੀਜ਼ ਦੀ ਇਕੋਨਮੀ ਦੇ ਨਾਲ ਆਪਾਂ ਓਪਨਲੀ ਫਰੀ ਆਪਾਂ ਉਹਨਾਂ ਨਾਲ ਟ੍ਰੇਡ ਕਰਨਾ ਵੈ। ਆਪਾਂ ਲੇਬਰਸ ਦੀ ਕੀ ਹੈ ਮੂਵਮੈਂਟ ਹੈ। ਹੁਣ ਕੋਈ ਵੀ ਵਰਕਰ ਇੱਧਰ ਆ ਸਕਦਾ ਹੈ, ਉੱਧਰ ਜਾ ਸਕਦਾ ਵੈ, ਅਤੇ ਆਪਣੀ ਕੈਪੀਟਲ ਦੀ ਮੂਵਮੈਂਟ। ਪਹਿਲਾਂ ਕਿਸੇ ਰਿਸਟਰਕਸ਼ਨ ਸੀਗੀਆਂ ਕਿ ਆਪਾਂ ਕੀ ਹੈ ਆਪਣੀ ਕੈਪੀਟਲ ਨੂੰ ਦੂਸਰੇ ਦੇਸ਼ਾਂ ਦੇ ਵਿੱਚ ਨਹੀਂ ਭੇਜ ਸਕਦੇ, ਦੂਜੇ ਦੇਸ਼ਾਂ ਦੀ ਕੈਪੀਟਲ ਆਪਣੇ ਦੇਸ਼ਾਂ ਦੇ ਵਿੱਚ ਇਨਵੈਸਟ ਨਹੀਂ ਕਰਦੀ ਸੀ। ਤਾਂ ਇਹਨਾਂ ਇੰਸਟਰਕਸ਼ਨਸ ਨੂੰ ਧਿਆਨ ਦੇਖਿਆ, ਜਦੋਂ ਦੇਖਿਆ ਤਾਂ ਉਹਦੇ ਨਾਲ ਕੀ ਹੋਇਆ ਕਿ ਆਪਣੀ ਇਕੋਨਮੀ ਡਿਵੈਲਪ ਨਹੀਂ ਕਰ ਰਹੀ ਸੀ। ਤਾਂ ਹੌਲੀ ਹੌਲੀ ਫਿਰ ਕੀ ਕਰ ਦਿੱਤਾ ਗਿਆ ਗਲੋਬਲਾਈਜੇਸ਼ਨ ਦੇ ਨਾਲ ਕੀ ਹੋਇਆ ਕਿ ਜਿਹੜੀ ਇੰਪੋਰਟ ਅਤੇ ਐਕਸਪੋਰਟ 'ਤੇ ਜਿਹੜੇ ਵੀ ਇੰਸਟਰਕਸ਼ਨਸ ਲੱਗੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਕੀ ਕਰਤਾ, ਰਿਮੂਵ ਕਰਤਾ। ਹੁਣ ਕਿਹੜੀ ਪੋਲਿਸੀ ਅਡੋਪਟ ਕਰ ਲਈ ਸੀਗੀ? ਫਰੀ ਫਲੋ ਆਫ ਟ੍ਰੇਡ, ਕੈਪੀਟਲ ਐਂਡ ਮੂਵਮੈਂਟ ਆਫ ਪਰਸਨ ਅਕਰੋਸ ਦਾ ਬੋਰਡਰ। ਪਹਿਲਾਂ ਇਹਨਾਂ ਸਾਰਿਆਂ 'ਤੇ ਕੀ ਸੀ, ਰਿਸਟਰਕਸ਼ਨ ਸੀਗੀ। ਤਾਂ ਗਲੋਬਲਾਈਜੇਸ਼ਨ ਦਾ ਮਤਲਬ ਕੀ ਹੋ ਗਿਆ ਕਿ ਆਪਾਂ ਫਰੀ ਫਲੋ ਆਫ ਟ੍ਰੇਡ। ਗਲੋਬਲਾਈਜੇਸ਼ਨ 'ਚ ਕੀ ਹੁੰਦਾ ਹੈ, ਆਪਾਂ ਇਹਨੂੰ ਡਿਫਾਈਨ ਕਰ ਸਕਦੇ ਹਾਂ ਐਸ ਏ ਪ੍ਰੋਸੈਸ ਐਸੋਸੀਏਟ ਵਿਦ ਇੰਕਰੀਜ਼ਿੰਗ ਓਪਨਿੰਗ ਮਤਲਬ ਖੁੱਲ੍ਹਾਪਨ, ਗਰੋਇੰਗ ਇਕਨੋਮਿਕ ਇੰਟਰਡਿਪੈਂਡੈਂਸ, ਆਪਣੀ ਆਪਸ ਵਿੱਚ ਵੱਧਦੀ ਹੋਈ ਆਰਥਿਕ ਨਿਰਭਰਤਾ, ਐਂਡ ਕੀ ਆ ਜਾਊਗਾ ਡੀਪਨਿੰਗ ਇਕਨੋਮਿਕ ਇੰਟੀਗ੍ਰੇਟ ਇਨ ਦਾ ਵਰਲਡ ਇਕੋਨਮੀ। ਅਤੇ ਆਪਣੀ ਜਿਹੜੀ ਹੈਗੀ ਹੈ ਇਕੋਨਮੀ ਨੂੰ ਦੂਜੇ ਦੇਸ਼ਾਂ ਦੇ ਏਕੀਕਰਨ ਦੇ ਨਾਲ ਉਹਨੂੰ ਕੀ ਹੈ ਫੈਲਾਉਣਾ। ਇਹ ਸੀ ਤੁਹਾਡਾ ਗਲੋਬਲਾਈਜੇਸ਼ਨਸ। ਅੱਗੇ ਗਲੋਬਲਾਈਜੇਸ਼ਨ ਦੇ ਓਬਜੈਕਟਿਵ ਕੀ ਸੀਗੇ? ਇਨ ਰਿਡਕਸ਼ਨ ਆਫ ਟ੍ਰੇਡ ਬੈਰੀਅਰ ਟੂ ਪਰਮਿਟ ਫਰੀ ਫਲੋ ਆਫ ਗੁੱਡ ਐਂਡ ਸਰਵਿਸ ਅਕਰੋਸ ਨੈਸ਼ਨਲ ਫਰੰਟੀਅਰਸ। ਜਿਹੜਾ ਦੂਜੇ ਦੇਸ਼ਾਂ ਦੇ ਨਾਲ ਵਪਾਰ ਕਰਨ ਦੇ ਲਈ ਆਪਣੇ ਉੱਪਰ ਜਿਹੜੇ ਵੀ ਰਿਸਟਰਕਸ਼ਨਸ ਲੱਗੀਆਂ ਹੋਈਆਂ ਸੀ, ਜਿਹੜੇ ਵੀ ਬੈਰੀਅਰਸ ਲੱਗੇ ਹੋਈਆਂ ਸੀ, ਉਹਨਾਂ ਨੂੰ ਕੀ ਕਰਨਾ, ਘਟਾਉਣਾ। ਕ੍ਰੀਏਸ਼ਨ ਆਫ ਐਨ ਇਨਵਾਇਰਮੈਂਟ ਇਨ ਵਿਚ ਫਰੀ ਫਲੋ ਆਫ ਕੈਪੀਟਲ ਕੈਨ ਟੇਕ ਪਲੇਸ। ਹੁਣ ਕਿਸੇ ਇੱਕ ਇਸ ਤਰ੍ਹਾਂ ਦਾ ਇਨਵਾਇਰਮੈਂਟ ਕ੍ਰੀਏਟ ਕਰਨਾ ਕਿ ਅਸੀਂ ਕੈਪੀਟਲ ਨੂੰ ਕੀ ਹੈ ਫਰੀ ਕੀ ਹੈ ਫਲੋ ਕਰ ਸਕਦੇ ਵਿਦ ਅਦਰ ਕੰਟਰੀਜ਼। ਕ੍ਰੀਏਸ਼ਨ ਆਫ ਐਨ ਇਨਵਾਇਰਮੈਂਟ ਟੂ ਅਲਾਓ ਫਰੀ ਫਲੋ ਆਫ ਟੈਕਨੋਲੋਜੀ ਅਮੰਗ ਦਾ ਨੇਸ਼ਨਸ। ਇੰਝ ਕਿਹਾ ਗਿਆ ਕਿ ਇੱਕ ਇਸ ਤਰ੍ਹਾਂ ਦਾ ਇਨਵਾਇਰਮੈਂਟ ਕ੍ਰੀਏਟ ਕਰਨਾ ਕਿ ਅਸੀਂ ਇੱਕ ਟੈਕਨੋਲੋਜੀ ਨੂੰ ਵੀ ਕੀ ਹੈ ਦੂਜੇ ਦੇਸ਼ਾਂ ਦੇ ਨਾਲ ਫਰੀ ਕੀ ਹੈ ਉਹਨਾਂ ਨੂੰ ਫਲੋ ਕਰ ਸਕਦੇ ਹਾਂ। ਆਪਾਂ ਦੂਜੇ ਦੇਸ਼ਾਂ ਦੀ ਟੈਕਨੋਲੋਜੀ ਮੰਗਵਾ ਸਕਦੇ ਹਾਂ। ਪਹਿਲਾਂ ਕੀ ਸੀਗਾ ਕਿ ਇੰਝ 'ਤੇ ਰਿਸਟਰਕਸ਼ਨਸ ਲੱਗੀਆਂ ਹੋਈਆਂ ਸੀ। ਯਾਨੀ ਕਿ ਗਲੋਬਲਾਈਜੇਸ਼ਨ ਦਾ ਮਤਲਬ ਕੀ ਹੋ ਗਿਆ ਕਿ ਅਸੀਂ ਗੁੱਡ ਐਂਡ ਸਰਵਿਸ ਨੂੰ ਕੀ ਹੈ ਆਪਣੇ ਦੇਸ਼ਾਂ ਦੇ ਵਿੱਚ ਫਰੀ ਫਲੋ ਕਰ ਸਕਦੇ ਹਾਂ, ਕੈਪੀਟਲ ਨੂੰ ਕਰ ਸਕਦੇ ਹਾਂ। ਤੀਸਰੇ ਪੁਆਇੰਟ ਦੇ ਵਿੱਚ ਕੀ ਆ ਗਈ, ਟੈਕਨੋਲੋਜੀ ਆ ਗਈ। ਚੌਥੀ ਦੇ ਵਿੱਚ ਕੀ ਆ ਜਾਏਗੀ, ਲੇਬਰ। ਯਾਨੀ ਕਿ ਗਲੋਬਲਾਈਜੇਸ਼ਨ ਦਾ ਮਤਲਬ ਕੀ ਹੋ ਗਿਆ ਕਿ ਅਸੀਂ ਗੁੱਡ ਐਂਡ ਸਰਵਿਸ ਨੂੰ ਫਲੋ ਕਰ ਸਕਦੇ ਹਾਂ, ਦੂਸਰੀ ਕੈਪੀਟਲ, ਤੀਸਰੀ ਲੇਬਰ, ਚੌਥੀ ਕੀ ਆ ਗਈ, ਟੈਕਨੋਲੋਜੀ। ਗਲੋਬਲਾਈਜੇਸ਼ਨ ਦਾ ਓਬਜੈਕਟਿਵ ਇਹ ਸੀ ਕਿ ਹੁਣ ਅਸੀਂ ਚਾਰੇ ਚੀਜ਼ਾਂ ਨੂੰ ਆਪਣੇ ਦੇਸ਼ਾਂ ਦੇ ਨਾਲ ਕੀ ਹੈ ਇਨਫਲੋ ਅਤੇ ਆਊਟਫਲੋ ਕਰ ਸਕਦੇ ਹਾਂ। ਪਹਿਲਾਂ ਸਾਰੇ 'ਤੇ ਕੀ ਸੀ, ਰਿਸਟਰਕਸ਼ਨਸ ਲੱਗੀਆਂ ਸੀ। ਫਿਰ ਜਦੋਂ ਗੌਰਮੈਂਟ ਨੇ ਇਹ ਮਹਿਸੂਸ ਕੀਤਾ ਕਿ ਇਹਦੇ ਨਾਲ ਆਪਣੀ ਇਕੋਨਮੀ ਡਿਵੈਲਪ ਨਹੀਂ ਕਰ ਰਹੀ, ਤਾਂ ਇਹਨਾਂ 'ਤੇ ਜਿਹੜੇ ਵੀ ਬੈਰੀਅਰਸ, ਜਿਹੜੇ ਵੀ ਰਿਡਕਸ਼ਨਸ ਲੱਗੀਆਂ ਹੋਈਆਂ ਸੀ, ਉਹਨਾਂ ਸਾਰਿਆਂ ਨੂੰ ਕੀ ਕਰਤਾ, ਰਿਮੂਵ ਕਰਤਾ। ਕਲੀਅਰ ਹੋ ਗਿਆ ਹੈਗਾ ਗਲੋਬਲਾਈਜੇਸ਼ਨ ਦਾ ਮੀਨਿੰਗ। ਅੱਗੇ ਸਟੈਪ ਟੇਕਨ ਫॉर ਗਲੋਬਲਾਈਜੇਸ਼ਨ। ਇਹਦੇ ਲਈ ਫਿਰ ਕੀ ਸਟੈਪ ਚੱਕੇਗੀ? ਰਿਡਕਸ਼ਨ ਇਨ ਟੈਰਿਫ, ਜਿਹੜੇ ਵੀ ਆਪਣੀ ਕਸਟਮ ਡਿਊਟੀਜ਼ ਹੋ ਗਈਆਂ ਜਾਂ ਇੰਪੋਰਟ ਐਂਡ ਐਕਸਪੋਰਟ 'ਤੇ ਜਿਹੜੇ ਵੀ ਟੈਰਿਫ ਲੱਗੇ ਹੋਏ ਸੀ, ਜਿਹੜੇ ਵੀ ਆਪਾਂ ਟੈਕਸਿਸ ਵਗੈਰਾ ਕਹਿ ਦਿੰਦੇ ਹਾਂ, ਉਹਨਾਂ ਸਾਰਿਆਂ ਨੂੰ ਕੀ ਕਰਤਾ, ਹੌਲੀ ਹੌਲੀ ਕੀ ਹੈ ਰਿਡਿਊਸ ਕਰਤਾ। ਲੌਂਗ ਟਰਮ ਟ੍ਰੇਡ ਪੋਲਿਸੀਜ਼ ਬਣਾਈਆਂ ਗਈਆਂ। ਲੌਂਗ ਟਰਮ ਟ੍ਰੇਡ ਪੋਲਿਸੀ ਮਤਲਬ ਲਿਬਰਲ ਪੋਲਿਸੀਜ਼ ਮਤਲਬ ਕੀ ਹੋ ਗਈ ਸੀਗੀ, ਤਾਂ ਦੱਸਿਆ ਸੀ। ਲਿਬਰਲ ਪੋਲਿਸੀਜ਼ ਦਾ ਮਤਲਬ ਜਿਹੜੀ ਆਪਣੀ ਇੰਪੋਰਟ ਜਾਂ ਐਕਸਪੋਰਟ ਕਰਨਾ ਹੈ, ਜਾਂ ਆਪਾਂ ਕਿੰਨਾ ਪੈਸਾ ਇਨਵੈਸਟ ਕਰਨਾ ਵਾ, ਕਿਹੜੀ ਇੰਡਸਟਰੀ ਲਗਾਉਣੀ ਹੈ ਜਾਂ ਨਹੀਂ ਲਗਾਉਣੀ, ਉਹਨਾਂ ਸਾਰਿਆਂ ਤੋਂ ਆਜ਼ਾਦੀ। ਲਾਇਸੈਂਸ ਪੋਲਿਸੀ ਨੂੰ ਖਤਮ ਕਰਤਾ ਸੀ। ਪਹਿਲਾਂ ਕਿਸੇ ਹਰੇਕ ਚੀਜ਼ ਲਈ ਆਪਾਂ ਨੂੰ ਲਾਇਸੈਂਸ ਲੈਣਾ ਪੈਂਦਾ ਸੀ, ਹੁਣ ਉਹਨੂੰ ਕਿਸੇ ਖਤਮ ਕਰਤਾ। ਆਲ ਕੰਟਰੋਲ ਫੋਰਨ ਟ੍ਰੇਡ ਹੈਵ ਬੀਨ ਰਿਮੂਵਡ। ਫੋਰਨ ਟ੍ਰੇਡ ਕਰਨ ਦੇ ਲਈ ਜਿਹੜੇ ਵੀ ਕੰਟਰੋਲ ਲੱਗੇ ਹੋਏ ਸੀ, ਉਹਨਾਂ ਸਾਰਿਆਂ ਨੂੰ ਕੀ ਕਰਤਾ, ਖਤਮ ਕਰਤਾ। ਓਪਨ ਕੰਪੀਟੀਸ਼ਨ ਹੈਜ਼ ਬੀਨ ਇਨਕਰਜ। ਤਾਂ ਹੁਣ ਮਾਰਕੀਟ ਦੇ ਵਿੱਚ ਕਿਹੜਾ ਕੰਪੀਟੀਸ਼ਨ ਆ ਗਿਆ ਸੀ, ਓਪਨ ਕੰਪੀਟੀਸ਼ਨ। ਪਹਿਲਾਂ ਆਪਣੀ ਇਕੋਨਮੀ ਕਿਹੜੀ ਸੀ, ਕਲੋਜ਼ਡ ਇਕੋਨਮੀ ਸੀ। ਯਾਨੀ ਕਿ ਆਪਾਂ ਫੋਰਨਸ ਦੇ ਨਾਲ ਤਾਂ ਨਾ ਹੀ ਤਾਂ ਕੈਪੀਟਲ, ਨਾ ਹੀ ਲੇਬਰ, ਇਹਨਾਂ ਸਾਰਿਆਂ ਨੂੰ ਕੀ ਹੈ ਇਹਦਾ ਸਭ ਦੀ ਮੂਵਮੈਂਟ ਨਹੀਂ ਕਰ ਸਕਦੇ ਸੀਗੇ। ਅਤੇ ਆਪਣਾ ਫਿਰ ਕੰਪੀਟੀਸ਼ਨ ਕੀ ਹੋ ਗਿਆ ਸੀ, ਹੈ ਹੀ ਨਹੀਂ ਸੀ। ਹੁਣ ਕੀ ਸੀਗਾ, ਆਪਾਂ ਜਦੋਂ ਵਿਦੇਸ਼ਾਂ ਦੇ ਨਾਲ ਇੰਪੋਰਟ ਐਂਡ ਐਕਸਪੋਰਟ ਕਰ ਸਕਦੇ ਹਾਂ, ਤਾਂ ਕਿਹੜਾ ਕੰਪੀਟੀਸ਼ਨ ਇਨਕਰਜ ਹੋਇਆ, ਓਪਨ ਕੰਪੀਟੀਸ਼ਨਸ। ਤੀਸਰਾ ਪੁਆਇੰਟ ਇੰਕਰੀਜ਼ ਇਨ ਇਕੁਐਲਿਟੀ ਲਿਮਿਟ ਆਫ ਫੋਰਨ ਇਨਵੈਸਟਮੈਂਟ। ਹੁਣ ਫੋਰਨ ਇਨਵੈਸਟਮੈਂਟ ਕੀ ਸੀਗੀ, ਇਹਨੂੰ ਇਨਕਰੀਜ਼ ਕੀਤਾ ਗਿਆ।
ਫੋਰਨ ਇਨਵੈਸਟਮੈਂਟ ਦੇ ਵਿੱਚ ਆ ਜਾਏਗਾ ਫੋਰਨ ਡਾਇਰੈਕਟ ਇਨਵੈਸਟਮੈਂਟ। ਫੋਰਨ ਡਾਇਰੈਕਟ ਇਨਵੈਸਟਮੈਂਟ ਕੀ ਹੁੰਦੀ ਹੈ? ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਫੋਰਨ ਡਾਇਰੈਕਟ ਇਨਵੈਸਟਮੈਂਟ ਹੁੰਦੀ ਹੈ, ਇੱਕ ਪੋਰਟਫੋਲੀਓ ਇਨਵੈਸਟਮੈਂਟ ਹੁੰਦੀ ਹੈ। ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਵਿੱਚ ਕੀ ਫੋਰਨਰ ਆਪਣੇ ਦੇਸ਼ ਦੀ ਕਿਸੇ ਵੀ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰ ਸਕਦੇ ਆ। ਪਹਿਲਾਂ ਇਹਦੇ ਤੇ ਬੈਰੀਅਰ ਲੱਗੀ ਹੋਈ ਸੀਗੀ, ਯਾਨੀ ਕਿ ਜੇ ਫੋਰਨਰ ਆਪਣੇ ਇੰਡੀਆ ਵਿੱਚ ਕਿਸੇ ਇੰਡਸਟਰੀ 'ਤੇ ਪੈਸਾ ਖਰਚ ਕਰਨਾ ਚਾਹੁੰਦੇ ਜਾਂ ਕੋਈ ਆਪਦੀ ਕੰਪਨੀ ਬਣਾਉਣਾ ਚਾਹੁੰਦੇ ਨੇ ਤਾਂ ਉਹਦੇ 'ਤੇ ਰਿਸਟ੍ਰਿਕਸ਼ਨ ਸੀਗੀਆਂ। ਲੇਕਿਨ ਗਲੋਬਲਾਈਜੇਸ਼ਨ ਦੇ ਨਾਲ ਕੀ ਹੋ ਗਿਆ ਕਿ ਹੁਣ ਕੋਈ ਫੋਰਨਰ ਅਗਰ ਆਪਣੇ ਦੇਸ਼ ਦੇ ਵਿੱਚ ਪੈਸਾ ਇਨਵੈਸਟ ਕਰਨਾ ਚਾਹੁੰਦੇ ਨੇ, ਕਿਸੇ ਕੰਪਨੀ ਦੇ ਵਿੱਚ ਪੈਸਾ ਲਗਾਉਣਾ ਚਾਹੁੰਦੇ ਨੇ ਤਾਂ ਉਹ ਫੋਰਨ ਡਾਇਰੈਕਟ ਪੈਸਾ ਇਨਵੈਸਟ ਕਰ ਸਕਦੇ ਨੇ। ਉਹਨੂੰ ਬੋਲਦੇ ਨੇ ਫੋਰਨ ਡਾਇਰੈਕਟ ਇਨਵੈਸਟਮੈਂਟ। ਠੀਕ ਹੈ। ਅੱਗੇ ਇਨ ਦਿਸ ਰਿਗਾਰਡ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਵਿਲ ਬੀ ਇਨਫੋਰਸਡ, ਯਾਨੀ ਕਿ ਫੈਮਾ। ਇਹ ਵੈਰੀ ਇੰਪੋਰਟੈਂਟ ਟੌਪਿਕ ਹੈ, ਪਰ ਤੁਹਾਡੇ ਸਿਲੇਬਸ ਦੇ ਵਿੱਚ ਇਹਦਾ ਹੈ ਨਹੀਂ ਇੰਨਾ, ਅੱਗੇ ਸ਼ਾਇਦ ਕਲਾਸਿਸ 'ਚ ਆਏਗਾ। ਸਿਰਫ ਇੰਨਾ ਦੱਸ ਦਿੰਦੀ ਹੈ, ਜਿਹੜਾ ਫੈਮਾ ਸੀ ਉਹ ਇੰਟਰੋਡਿਊਸ ਹੋਇਆ ਸੀ ਆਪਣਾ 1 ਜੂਨ 2000 ਨੂੰ। ਠੀਕ ਹੈ, 1 ਜੂਨ 2000 ਨੂੰ ਹੋਇਆ ਸੀ। ਇਹ ਕਾਹਦੇ ਵਾਸਤੇ ਆਇਆ ਸੀਗਾ? ਇਹਦਾ ਸੀਗਾ ਕਿ ਜਦੋਂ ਆਪਾਂ ਇੰਪੋਰਟ ਤੇ ਐਕਸਪੋਰਟ ਕਰਨ ਲੱਗੇ ਜਿਹੜੀ ਫੋਰਨ ਕਰੰਸੀ ਆਪਣੀ ਵਿਦੇਸ਼ਾਂ ਨੂੰ ਜਾਂਦੀ ਹੈ, ਜਾਂ ਫੋਰਨਰ ਤੋਂ ਜਿਹੜੀ ਕਰੰਸੀ ਆਪਣੇ ਦੇਸ਼ ਦੇ ਵਿੱਚ ਆਊਗੀ ਉਹਨੂੰ ਕੀ ਕਰਨਾ? ਮੈਨੇਜ ਕਰਨਾ। ਉਹਨੂੰ ਮੈਨੇਜ ਤਾਂ ਕਰਨਾ ਪਏਗਾ ਨਾ ਕਿ ਕਿੰਨੀ ਕਰੰਸੀ ਆਪਣੀ ਬਾਹਰ ਜਾ ਰਹੀ ਹੈ ਜਾਂ ਕਿੰਨੀ ਕਰੰਸੀ ਆਪਣੇ ਦੇਸ਼ ਦੇ ਵਿੱਚ ਆ ਰਹੀ ਹੈ, ਇਹ ਸਾਰਾ ਦੇਖਣਾ ਵੀ ਤਾਂ ਪਏਗਾ। ਉਹਨੂੰ ਮੈਨੇਜ ਕਰਨ ਦਾ ਕੰਮ ਕਰਦੀ ਸੀਗੀ ਫੈਮਾ। ਪਹਿਲਾਂ ਕੀ ਸੀ ਕਿ ਫੈਮਾ ਤੋਂ ਪਹਿਲਾਂ ਕੀ ਸੀ? ਫੈਰਾ ਸੀ, FERA, ਫੈਰਾ ਐਕਟ ਸੀਗਾ। ਫੈਰਾ ਐਕਟ ਦੇ ਵਿੱਚ ਕੀ ਸੀਗਾ ਕਿ ਆਪਾਂ ਵਿਦੇਸ਼ਾਂ ਦੇ ਵਿੱਚ ਪੈਸਾ ਇਨਵੈਸਟ ਨਹੀਂ ਕਰ ਸਕਦੇ ਸੀ। ਜੇਕਰ ਕੋਈ ਵਿਦੇਸ਼ੀ ਫੋਰਨਰ ਆਪਣੇ ਦੇਸ਼ 'ਚ ਥੋੜ੍ਹਾ ਬਹੁਤ ਪੈਸਾ ਇਨਵੈਸਟ ਕਰਦਾ ਵੀ ਸੀ ਤਾਂ ਉਹਨੂੰ ਮੈਨੇਜ ਕਰਦਾ ਸੀ, ਉਹਦੇ 'ਤੇ ਕੰਟਰੋਲਸ ਕਰਦਾ ਸੀਗਾ। ਠੀਕ ਹੈ, ਤਾਂ ਆਪ ਨੂੰ ਕੀ ਹੈ ਫੋਰਨਰ ਦੇ ਵਿੱਚ ਪੈਸਾ ਇਨਵੈਸਟ ਕਰਨ ਦੀ ਜਾਂ ਫੋਰਨਰ ਨੂੰ ਆਪਣੇ ਦੇਸ਼ ਵਿੱਚ ਪੈਸਾ ਇਨਵੈਸਟ ਕਰਨ 'ਤੇ ਰਿਸਟ੍ਰਿਕਸ਼ਨ ਲੱਗੀ ਹੋਈ ਸੀਗੀ, ਜਿਹਦੇ ਕਰਕੇ ਆਪਣੀ ਇਕੋਨਮੀ ਡਿਵੈਲਪ ਨਹੀਂ ਕਰ ਰਹੀ ਸੀ, ਕਿਉਂਕਿ ਫੋਰਨਰ ਆਪਣੇ ਦੇਸ਼ ਦੀ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਨਹੀਂ ਕਰ ਸਕਦੇ ਸੀਗੇ ਅਤੇ ਆਪਣੀ ਇਕੋਨਮੀ ਦੇ ਵਿੱਚ ਕੀ ਸੀਗਾ? ਪੈਸੇ ਦੀ ਕਮੀ ਸੀਗੀ, ਹੈ ਨਾ, ਕੈਪੀਟਲ ਇਨਵੈਸਟਮੈਂਟ ਨਹੀਂ ਸੀਗੀ ਆਪਣੀ ਇੰਨੀ ਜ਼ਿਆਦਾ। ਤਾਂ ਉਹ ਫੈਰਾ ਨੇ ਉਹਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਸੀਗੀ, ਜਿਹਦੇ ਨਾਲ ਆਪਾਂ ਕੀ ਹੈ ਨਾ ਤਾਂ ਫੋਰਨਰ 'ਚ ਪੈਸਾ ਇਨਵੈਸਟ ਕਰ ਸਕਦੇ ਸੀ, ਨਾ ਹੀ ਫੋਰਨਰ ਆਪਣੇ ਵਿੱਚ। ਤਾਂ ਉਹਨੂੰ ਖਤਮ ਕਰਕੇ ਉਹਦੀ ਜਗ੍ਹਾ 'ਤੇ ਲੈ ਆਏ ਸੀਗੇ ਫੈਮਾ। ਪਹਿਲਾਂ ਕੀ ਸੀ? ਫੈਰਾ, ਫਿਰ ਆ ਗਈ ਫੈਮਾ। ਫੈਮਾ ਕੀ ਕਰਦੀ ਸੀ? ਫੈਮਾ ਦੇ ਵਿੱਚ ਸਾਰੇ ਕੰਟਰੋਲ ਖਤਮ ਕਰਤੇ, ਆਪਾਂ ਪੈਸਾ ਇਨਵੈਸਟ ਕਰ ਸਕਦੇ ਸੀ, ਫੋਰਨਰ ਇਨਵੈਸਟ ਕਰ ਸਕਦੇ ਸੀ, ਪਰ ਉਹਨੂੰ ਮੈਨੇਜ ਕਰਨ ਦਾ ਕੰਮ ਕੌਣ ਕਰਦੀ ਸੀਗੀ? ਫੈਮਾ। ਬਸ ਤੁਸੀਂ ਇੱਕ ਵਾਰੀ ਇੰਨਾ ਕੁ ਸਮਝ ਲਓ। ਅੱਗੇਲਾ ਪੁਆਇੰਟ ਆ ਗਿਆ ਤੁਹਾਡਾ ਪਾਰਸ਼ੀਅਲ ਕਨਵਰਟੇਬਿਲਿਟੀ। ਪਾਰਸ਼ੀਅਲ ਕਨਵਰਟੇਬਿਲਿਟੀ ਮਤਲਬ ਆਪਾਂ ਆਪਣੇ ਦੇਸ਼ ਦੀ ਕਰੰਸੀ ਨੂੰ ਫੋਰਨ ਕਰੰਸੀ ਦੇ ਵਿੱਚ ਕੀ ਕਰਨਾ? ਕਨਵਰਟ ਕਰਨਾ। ਹੁਣ ਜਦੋਂ ਆਪਾਂ ਫੋਰਨਰ ਦੇ ਵਿੱਚ ਕੋਈ ਇੰਪੋਰਟ ਕਰ ਰਹੇ ਹਾਂ ਤਾਂ ਜਿਹੜੀ ਉਹਨਾਂ ਦੀ ਪੇਮੈਂਟ ਕਰਨੀ ਹੋਏਗੀ ਉਹਨਾਂ ਦੀ ਕਰੰਸੀ ਦੇ ਵਿੱਚ ਕਰਨੀ ਹੋਏਗੀ, ਤਾਂ ਉਹਦੇ ਲਈ ਆਪਾਂ ਨੂੰ ਡਾਲਰਸ ਚਾਹੀਦੇ ਆ, ਪਾਉਂਡਸ ਚਾਹੀਦੇ ਆ, ਤਾਂ ਆਪਾਂ ਆਪਣੇ ਦੇਸ਼ ਦੀ ਕਰੰਸੀ ਨੂੰ ਦੂਸਰੇ ਦੇਸ਼ ਦੀ ਕਰੰਸੀ ਦੇ ਨਾਲ ਕੀ ਕਰ ਸਕਦੇ ਹਾਂ? ਕਨਵਰਟ ਕਰ ਸਕਦੇ ਹਾਂ। ਤਾਂ ਆਪ ਨੂੰ ਇਹ ਵੀ ਕੀ ਹੈ ਫੈਸਿਲਿਟੀ ਕੀ ਹੈ? ਪ੍ਰੋਵਾਈਡ ਕੀਤੀ ਗਈ ਸੀਗੀ। ਕਲੀਅਰ। ਡਿਵੈਲੂਏਸ਼ਨ ਆਫ ਇੰਡੀਅਨ ਕਰੰਸੀ, ਇੰਡੀਅਨ ਕਰੰਸੀ ਨੂੰ ਡਿਵੈਲੂਏਟ ਕੀਤਾ ਗਿਆ ਤਾਂ ਜੋ ਇੰਡੀਅਨ ਗੁੱਡਸ ਕੀ ਹੋ ਜਾਣ? ਸਸਤੀਆਂ ਹੋ ਜਾਣ, ਅਤੇ ਇੰਪੋਰਟ ਗੁੱਡਸ ਆਪਣੇ ਲਈ ਕੀ ਹੋ ਜਾਣ? ਮਹਿੰਗੇ ਹੋ ਜਾਣ। ਜੇ ਇੰਪੋਰਟਸ ਆਪਣੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਤਾਂ ਆਪਣੇ ਵਿੱਚ ਵੀ ਅਤੇ ਫੋਰਨਰ ਦੇ ਵਿੱਚ ਵੀ ਆਪਣੀਆਂ ਗੁੱਡਸ ਦੀ ਡਿਮਾਂਡ ਕੀ ਹੋ ਜਾਏਗੀ? ਵੱਧ ਜਾਏਗੀ। ਯਾਨੀ ਕਿ ਇੰਡੀਅਨ ਕਰੰਸੀ ਨੂੰ ਡਿਵੈਲੂਏਸ਼ਨ ਕੀਤਾ ਗਿਆ ਤਾਂ ਜੋ ਐਕਸਪੋਰਟ ਨੂੰ ਇਨਕਰਜ ਕੀਤਾ ਜਾ ਸਕੇ ਅਤੇ ਇੰਪੋਰਟ ਨੂੰ ਡਿਸਕਰਜ ਕੀਤਾ ਜਾ ਸਕੇ। ਆਰਗੂਮੈਂਟ ਇਨ ਫੇਵਰ ਆਫ ਐਡਵਾਂਟੇਜ ਆਫ ਗਲੋਬਲਾਈਜੇਸ਼ਨ। ਹੁਣ ਇਹਦੇ ਫੇਵਰ ਕੀ ਨੇ? ਗਲੋਬਲਾਈਜੇਸ਼ਨ ਦੇ ਫੇਵਰ ਦੇ ਵਿੱਚ ਕਿਹੜੇ ਪੁਆਇੰਟਸ ਆਉਂਦੇ ਨੇ? ਠੀਕ ਹੈ, ਇਹ ਤਾਂ ਸਟੈਪ ਕੀਤੇ ਸੀ ਆਪਾਂ ਸਾਰੇ। ਹੁਣ ਅੱਗੇ ਤੁਹਾਡੇ ਆਰਗੂਮੈਂਟ ਇਨ ਕਿ ਗਲੋਬਲਾਈਜੇਸ਼ਨ ਦੇ ਐਡਵਾਂਟੇਜ ਕੀ ਨੇ। ਠੀਕ ਹੈ, ਆਪਾਂ ਕੀ ਕਹਿ ਸਕਦੇ ਹਾਂ ਕਿ ਐਡਵਾਂਟੇਜ ਆਫ ਗਲੋਬਲਾਈਜੇਸ਼ਨ। ਰੀਸਟਰਕਚਰ ਆਫ ਪ੍ਰੋਡਕਸ਼ਨ ਐਂਡ ਟ੍ਰੇਡ ਪੈਟਰਨ, ਜਿਹੜਾ ਵੀ ਆਪਣੀ ਪ੍ਰੋਡਕਸ਼ਨ ਅਤੇ ਟ੍ਰੇਡ ਦਾ ਜਿਹੜਾ ਵੀ ਪੈਟਰਨ ਸੀਗਾ ਉਹਦਾ ਸਟਰਕਚਰਸ ਕੀ ਹੈ ਬਣਾਇਆ ਗਿਆ? ਇਸ ਤਰ੍ਹਾਂ ਬਣਾਇਆ ਗਿਆ ਤਾਂ ਜੋ ਆਪਣੀ ਜਿਹੜੀ ਹੈਗੀ ਹੈ ਇਕਨੋਮਿਕ ਡਿਵੈਲਪ ਹੋ ਸਕੇ, ਪ੍ਰੋਡਕਸ਼ਨ ਕੀ ਆਪਣੀ ਇਨਕਰੀਜ਼ ਹੋ ਸਕੇ। ਗਲੋਬਲਾਈਜੇਸ਼ਨ ਵਿਲ ਹੈਲਪ ਇਨ ਰਿਸਟਰਕਟਡ ਪ੍ਰੋਡਕਸ਼ਨ ਐਂਡ ਟ੍ਰੇਡ ਪ੍ਰੈਕਟਿਸ ਇਨ ਅਕੋਰਡਿੰਗਸ ਵਿਦ ਦਾ ਫੈਕਟਰ ਇੰਟੈਂਸਿਟੀ ਆਫ ਕੰਟਰੀ, ਕਿ ਆਪਣੇ ਦੇਸ਼ ਦੇ ਵਿੱਚ ਜਿੰਨੇ ਵੀ ਫੈਕਟਰਸ ਨੇ ਅਵੇਲੇਬਲ ਨੇ ਉਹਦੇ ਅਕੋਰਡਿੰਗ ਕੀ ਕਰਦੀ ਹੈ? ਇੱਕ ਸਟਰਕਚਰ ਤਿਆਰ ਕਰਦੀ ਹੈ ਪ੍ਰੋਡਕਸ਼ਨ ਦਾ ਅਤੇ ਟ੍ਰੇਡ ਦਾ। ਰੇਜ਼ ਫੋਰਨ ਕੈਪੀਟਲ, ਗਲੋਬਲਾਈਜੇਸ਼ਨ ਨਾਲ ਕੀ ਹੋਈ ਕਿ ਫੋਰਨ ਕੈਪੀਟਲ ਟ੍ਰੇਡ ਹੋਈ, ਕਿਉਂਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਹੋਈ, ਪੋਰਟਫੋਲੀਓ ਇਨਵੈਸਟਮੈਂਟ ਹੋਈ, ਜਿਹਦੇ ਨਾਲ ਆਪਣੇ ਦੇਸ਼ ਦੇ ਵਿੱਚ ਫੋਰਨ ਕੈਪੀਟਲ ਕੀ ਹੋਈ? ਰੇਜ਼ ਹੋਈ, ਵਧੀ। ਕੁਆਲਿਟੀ ਇੰਪਰੂਵਮੈਂਟ, ਹੁਣ ਆਪਾਂ ਫੋਰਨਰ ਤੋਂ ਟੈਕਨੋਲੋਜੀ ਨੂੰ ਕੀ ਕਰ ਸਕਦੇ ਹਾਂ? ਮੰਗਵਾ ਸਕਦੇ ਹਾਂ। ਪਹਿਲਾਂ ਤਾਂ ਇੰਸਟਰਕਸ਼ਨ ਲੱਗੀ ਹੋਈ ਸੀ ਨਾ, ਗਲੋਬਲਾਈਜੇਸ਼ਨ ਦੇ ਥਰੂ ਆਪਾਂ ਕੀ ਕਰਤਾ ਕਿ ਆਪਾਂ ਜਿਹੜੀ ਹੈਗੀ ਟੈਕਨੋਲੋਜੀ ਨੂੰ ਮੂਵ ਕਰ ਸਕਦੇ ਹਾਂ, ਲੇਬਰ ਨੂੰ ਮੂਵ ਕਰ ਸਕਦੇ ਹਾਂ। ਤਾਂ ਟੈਕਨੋਲੋਜੀ ਮੂਵ ਹੋਣ ਦੇ ਕਰਕੇ ਆਪਣੀ ਜਿਹੜੀ ਗੁੱਡਸ ਚੀਜ਼ਾਂ ਦੀ ਜਿਹੜੀ ਕੁਆਲਿਟੀ ਸੀ ਉਹ ਕੀ ਹੋ ਗਈ? ਇੰਪਰੂਵ ਹੋਈ। ਰੇਜ਼ ਇਨ ਇੰਪਲੋਇਮੈਂਟ, ਹੁਣ ਕੀ ਸੀ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਗਲੋਬਲਾਈਜੇਸ਼ਨ ਦੇ ਨਾਲ ਕੀ ਹੋਇਆ ਕਿ ਲੇਬਰ ਨੂੰ ਮੂਵਮੈਂਟ ਹੋਣ ਕਰਕੇ ਆਪਣੀ ਇੰਪਲੋਇਮੈਂਟ ਦੇ ਮੌਕੇ ਵੀ ਰੇਜ਼ ਹੋਏ। ਕੁਛ ਜਦੋਂ ਆਪਣੀ ਟੈਕਨੋਲੋਜੀ ਵਧੀਆ ਹੋ ਗਈ ਸੀਗੀ ਤਾਂ ਉਹਦੇ ਨਾਲ ਕੀ ਹੋਇਆ? ਮਾਡਰਨ ਟੈਕਨੋਲੋਜੀ ਆਉਣ ਦੇ ਨਾਲ ਇੰਪਲੋਇਮੈਂਟ ਦੇ ਚਾਂਸਿਸ ਵੀ ਕੀ ਹੈ? ਵਧੇ, ਅਤੇ ਅਨਇੰਪਲੋਇਮੈਂਟ ਕੀ ਹੈ? ਰਿਮੂਵ ਹੋਈ। ਰਾਈਜ਼ ਇਨ ਬੈਂਕਿੰਗ ਐਂਡ ਫੋਰਨ ਸੈਕਟਰ ਐਫੀਸ਼ੈਂਸੀ, ਹੁਣ ਆਪਣੇ ਜਿਹੜੇ ਬੈਂਕਾਂ ਦਾ ਕੰਪੀਟੀਸ਼ਨ ਕੀ ਹੋ ਗਿਆ ਸੀ? ਫੋਰਨਰ ਬੈਂਕਸ ਦੇ ਨਾਲ ਹੋ ਗਿਆ ਸੀ, ਜਿਹਦੇ ਨਾਲ ਬੈਂਕਾਂ ਦੀ ਆਪਣੀ ਐਫੀਸ਼ੈਂਸੀ ਦੇ ਵਿੱਚ ਕੀ ਹੋਇਆ? ਵਾਧਾ ਹੋਇਆ। banking and foreign sector of the home countries will raise their competitive skill and efficiency, ਤਾਂ ਆਪਣੇ ਕੀ ਹੋਏ? ਫੋਰਨਰਸ ਕੰਟਰੀਜ਼ ਦੇ ਨਾਲ ਆਪਣਾ ਕੰਪੀਟੀਸ਼ਨ ਇਨਕਰੀਜ਼ ਹੋਇਆ, ਜਿਨ੍ਹਾਂ ਨਾਲ ਆਪਣੇ ਦੇਸ਼ ਦੇ ਬੈਂਕਾਂ ਦੀ ਕੀ ਹੋਈ? ਐਫੀਸ਼ੈਂਸੀ ਦੇ ਵਿੱਚ ਕੀ ਹੋਇਆ? ਵਾਧਾ ਹੋਇਆ, ਇਨਕਰੀਜ਼ ਹੋਈ। ਕ੍ਰੀਏਸ਼ਨ ਆਫ ਨਿਊ ਵਰਲਡ ਆਰਡਰ,
ਦੀ ਕ੍ਰੀਏਸ਼ਨ ਆਫ ਨਿਊ ਵਰਲਡ ਆਰਡਰ ਐਂਡ ਵਾਈਡ ਸਪਰੈਡ ਅਡੋਪਸ਼ਨ ਆਫ ਸਟਰਕਚਰ ਐਡਜਸਟਮੈਂਟ ਪ੍ਰੋਗਰਾਮ। ਹੁਣ ਇਸ ਤਰ੍ਹਾਂ ਦੇ ਪ੍ਰੋਗਰਾਮ ਸਟਾਰਟ ਕੀਤੇ ਗਏ ਕਿ ਐਡਜਸਟਮੈਂਟ ਇਸ ਤਰ੍ਹਾਂ ਦੀ ਐਡਜਸਟਮੈਂਟ ਕੀਤੀ ਗਈ ਕਿ ਜਿਹਦੇ ਨਾਲ ਇੱਕ ਇਸ ਤਰ੍ਹਾਂ ਦੀ ਨਵੀਂ ਪਾਲਿਸੀ ਫਰੇਮ ਕੀਤੀ ਗਈ ਜਿਹਦੇ ਨਾਲ ਕੀ ਹੈ ਫੋਰਨ ਗਲੋਬਲ ਫ੍ਰੀ ਟ੍ਰੇਡ ਕੀ ਹੈ ਸ਼ੁਰੂ ਕੀਤਾ ਜਾ ਸਕੇ ਅਤੇ ਆਪਾਂ ਵੀ ਇੱਕ ਤਰ੍ਹਾਂ ਦੀ ਕੰਪੀਟੀਸ਼ਨ ਮਾਰਕੀਟ ਦੇ ਵਿੱਚ ਅਸੀਂ ਆ ਸਕੀਏ। ਠੀਕ ਹੈ। ਐਸੀਲਰੇਟ ਹਿਊਮਨ ਡਿਵੈਲਪਮੈਂਟ ਅਤੇ ਐਜੂਕੇਸ਼ਨ ਅਤੇ ਸਕਿੱਲ ਟ੍ਰੇਨਿੰਗ ਦੀ ਡਿਵੈਲਪਮੈਂਟ ਹੋਈ ਜਿਹਦੇ ਕਰਕੇ ਹਿਊਮਨ ਦੀ ਡਿਵੈਲਪਮੈਂਟ ਹੋਈ, ਨਵੀਂ ਟੈਕਨੋਲੋਜੀ ਪ੍ਰੋਵਾਈਡ ਕੀਤੀ ਗਈ, ਨੌਲੇਜ ਇੰਕਰੀਜ਼ ਕੀਤੀ ਗਈ ਗਲੋਬਲ ਮਾਰਕੀਟ ਦੇ ਵਿੱਚ ਜਿਹਦੇ ਕਰਕੇ ਕਿਸੇ ਹਿਊਮਨ ਡਿਵੈਲਪਮੈਂਟ ਹੋਈ। ਰਿਡਿਊਸ ਪਾਵਰਟੀ, ਹੁਣ ਗਲੋਬਲਾਈਜੇਸ਼ਨ ਦੇ ਨਾਲ ਕੀ ਹੋਇਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਸ ਬਣਾਏ ਗਏ, ਨਵੀਂ ਟੈਕਨੋਲੋਜੀ ਆਈ, ਇੰਪਲਾਇਮੈਂਟ ਦੇ ਮੌਕੇ ਵਧਾਏ ਗਏ ਜਿਹਦੇ ਨਾਲ ਜਿਹੜੀ ਪਾਵਰਟੀ ਸੀ ਉਹ ਕੀ ਹੋ ਗਈ, ਰਿਡਿਊਸ ਹੋ ਗਈ। ਉਸ ਤੋਂ ਬਾਅਦ ਆ ਗਿਆ ਅਗੇਂਸਟ ਡਿਸਐਡਵਾਂਟੇਜ ਆਫ ਗਲੋਬਲਾਈਜੇਸ਼ਨ ਜਾਂ ਆਰਗੂਮੈਂਟ ਅਗੇਂਸਟ ਗਲੋਬਲਾਈਜੇਸ਼ਨ ਕਿ ਗਲੋਬਲਾਈਜੇਸ਼ਨ ਦੇ ਅਗੇਂਸਟ ਜਿਹੜੇ ਆਰਗੂਮੈਂਟਸ ਸੀ। ਪਹਿਲਾ ਆ ਗਿਆ devastation of local producer. Globalization has devastated local producers since they are unable to compete with cheap import. ਇਹਦੇ ਨਾਲ ਕੀ ਹੋਇਆ ਕਿ ਜਿਹੜੀ ਹੋ ਗਈ ਸੀ ਹੁਣ ਜਦੋਂ ਫੋਰਨਰ ਦਾ ਟ੍ਰੇਡ ਸ਼ੁਰੂ ਹੋ ਗਿਆ ਤਾਂ ਲੋਕਾਂ ਨੇ ਜਿਹੜੇ ਫੋਰਨਰ ਗੁੱਡਸ ਦੀ ਡਿਮਾਂਡ ਕੀ ਹੈ ਜ਼ਿਆਦਾ ਹੋ ਗਈ ਅਤੇ ਜਿਹੜੇ ਆਪਣੀਆਂ ਗੁੱਡਸ ਸੀ ਉਹ ਫੋਰਨਰ ਦੀਆਂ ਚੀਪ ਗੁੱਡਸ ਦੇ ਨਾਲ ਕੰਪੀਟੀਸ਼ਨ ਨਹੀਂ ਕਰ ਪਾਈਆਂ ਕਿਉਂਕਿ ਫੋਰਨਰ ਗੁੱਡਸ ਬਹੁਤ ਸਸਤੀਆਂ ਸੀ, ਆਪਣੀਆਂ ਚੀਜ਼ਾਂ ਕੀ ਸੀ, ਮਹਿੰਗੀਆਂ ਸੀ। ਜਦੋਂ ਫ੍ਰੀ ਟ੍ਰੇਡ ਸ਼ੁਰੂ ਹੋ ਗਿਆ ਤਾਂ ਆਪਣੇ ਇੰਡੀਆ ਦੇ ਵਿੱਚ ਕੀ ਹੋਇਆ, ਆਪਣੀ ਕੰਟਰੀ ਦੇ ਵਿੱਚ ਕੀ ਹੋਇਆ ਕਿ ਫੋਰਨਰ ਗੁੱਡਸ ਦੀ ਡਿਮਾਂਡ ਵੱਧ ਗਈ ਅਤੇ ਆਪਣੀਆਂ ਗੁੱਡਸ ਦੀ ਡਿਮਾਂਡ ਘੱਟ ਗਈ ਕਿਉਂਕਿ ਫੋਰਨਰ ਗੁੱਡਸ ਇੰਡੀਅਨ ਗੁੱਡਸ ਦੇ ਕੰਪੈਰੀਜ਼ਨ ਕੀ ਸੀਗੀਆਂ, ਸਸਤੀਆਂ ਸੀ, ਚੀਪ ਸੀ। ਮਾਊਂਟਿੰਗ ਸਟ੍ਰਾਈਕਸ ਗਲੋਬਲ ਹੈਡ ਲੀਡ ਟੂ ਮਾਊਂਟਿੰਗ ਵਰਕਰ ਅਨਰੈਸਟ। ਇਹਦੇ ਨਾਲ ਕੀ ਹੋਇਆ ਕਿ ਜਿਹੜੇ ਵਰਕਰ ਸੀਗੇ ਉਹ ਕੀ ਸੀਗੇ, ਕੀ ਸੀ, ਅਨਰੈਸਟ। ਵਰਕਰ ਹੈਵ ਪ੍ਰੋਟੈਕਟਡ ਅਗੇਂਸਟ, ਕਿਉਂ ਸੀਗੇ ਕਿਉਂਕਿ ਉਹਨਾਂ ਦੀ ਵੇਜਿਸ ਲੋ ਸੀ, ਪੂਅਰ ਵਰਕਿੰਗ ਕੰਡੀਸ਼ਨ ਸੀਗੀ, ਆਟੋਕ੍ਰੈਟਿਕ ਮੈਨੇਜਮੈਂਟ ਸੀ, ਰੋਲ ਸੀਗੇ, ਲੌਂਗ ਵਰਕ ਡੇ ਐਂਡ ਫਾਲ ਇਨ ਸੋਸ਼ਲ ਬੈਨੀਫਿਟ ਅਤੇ ਉਹਨਾਂ ਨੂੰ ਸੋਸ਼ਲ ਬੈਨੀਫਿਟ ਕੀ ਸੀ, ਘੱਟ ਦਿੱਤੇ ਜਾਂਦੇ ਸੀਗੇ। ਠੀਕ ਹੈ। ਪਬਲਿਕ ਇੰਪਲਾਇਮੈਂਟ ਆਰ ਵਰਸ ਆਫ ਗਲੋਬਲਾਈਜੇਸ਼ਨ ਹੈਜ਼ made public employees worse off. Public employees are adversely affected by budget cut, privatization and massive loss of purchasing power. ਇਹਦੇ ਵਿੱਚ ਕੀ ਆ ਗਿਆ ਸੀ, ਜਿਹੜੇ ਪਬਲਿਕ ਇੰਪਲਾਈ ਸੀ ਗਲੋਬਲਾਈਜੇਸ਼ਨ ਦੇ ਅੰਡਰ ਕੀ ਸੀਗੇ ਕਿ ਉਹਨਾਂ ਨੂੰ ਕੀ ਹੈ ਇੰਨਾ ਜ਼ਿਆਦਾ ਕੀ ਬੈਨੀਫਿਟ ਗਲੋਬਲਾਈਜੇਸ਼ਨ ਦੇ ਥਰੂ ਨਹੀਂ ਹੋਇਆਗਾ, ਜਿਹੜਾ ਕਿ ਪ੍ਰਾਈਵੇਟਾਈਜੇਸ਼ਨ ਨੂੰ ਹੋਇਆ ਸੀਗਾ ਉਹਨਾਂ ਨੂੰ ਨਹੀਂ ਹੋਇਆ। ਸਮੋਲ ਬਿਜ਼ਨਸ ਆਰ ਐਡਵਰਸਲੀ ਇਫੈਕਟਡ, ਜਿਹੜੇ ਸਮੋਲ ਬਿਜ਼ਨਸਮੈਨ ਸੀ ਉਹਨਾਂ 'ਤੇ ਕੀ ਇਹਨਾਂ ਦਾ ਐਡਵਰਸ ਇਫੈਕਟ ਪਿਆ। ਡਿਕਲਾਈਨ ਇਨ ਇਨਕਮ, ਗਲੋਬਲਾਈਜੇਸ਼ਨ ਦੇ ਨਾਲ ਕੀ ਹੋਇਆ ਕਿ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਸੀ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੋਇਆ ਲੇਕਿਨ ਜਿਹੜੇ ਛੋਟੇ ਪਰਸਨ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹਦੇ ਕਰਕੇ ਕੀ ਸੀ, ਉਹਨਾਂ ਦੀ ਇਨਕਮ ਕੀ ਸੀਗੀ, ਘੱਟ ਗਈ ਸੀਗੀ। ਵੀਕ ਸੋਸ਼ਲ ਸੇਫਟੀ ਨੈੱਟ ਪ੍ਰੋਵੀਜ਼ਨਸ, ਜਿਹੜੀ ਵੀਕ ਸੋਸ਼ਲ ਸੇਫਟੀ ਸੀਗੀ ਉਹ ਕੀ ਹੋ ਗਈ ਸੀ, ਖਤਮ ਹੋ ਗਈ ਸੀ। ਜਾਣੀ ਕਿ ਛੋਟੇ ਜਿਹੜੇ ਸੈਕਟਰ ਸੀ, ਵੀਕ ਸੈਕਟਰ ਸੀਗੇ ਉਹਨਾਂ 'ਤੇ ਇਹਨਾਂ ਦਾ ਇਫੈਕਟ ਕੀ ਸੀਗਾ, ਬੈਡ ਪਿਆ। ਰਾਈਜ਼ਿੰਗ ਡੈਪਥ ਆਫ ਇਨਇਕੁਐਲਿਟੀ, ਇਹਦੇ ਨਾਲ ਕੀ ਹੋਇਆ ਸੀਗਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਿਹੜੀ ਇਨਕੁਐਲਿਟੀ ਸੀ ਉਹ ਕੀ ਵਧਣੀ ਸ਼ੁਰੂ ਹੋ ਗਈ ਕਿਉਂਕਿ ਓਪਨ ਮਾਰਕੀਟ ਇਕੋਨਮੀ ਹੋਣ ਦੇ ਕਰਕੇ ਕੀ ਹੋਇਆ ਸੀਗਾ ਕਿ ਫੋਰਨਰ ਗੁੱਡਸ ਦੀ ਡਿਮਾਂਡ ਬਹੁਤ ਵੱਧ ਗਈ ਸੀ ਜਿਹਦੇ ਕਰਕੇ ਆਪਣੇ ਦੇਸ਼ ਦੇ ਵਿੱਚ ਕਈ ਤਾਂ ਏਰੀਆ ਇਸ ਤਰ੍ਹਾਂ ਦੇ ਸੀਗੇ ਜੋ ਬਹੁਤ ਜ਼ਿਆਦਾ ਡਿਵੈਲਪ ਕਰ ਗਏ, ਕੋਈ ਏਰੀਆ ਸੀਗੇ ਜੋ ਘੱਟ ਡਿਵੈਲਪ ਕਰਕੇ ਗਏ ਜਿਹਦੇ ਕਰਕੇ ਇਹਨਾਂ ਦੇ ਵਿੱਚ ਇਨਕੁਐਲਿਟੀ ਦਾ ਗੈਪ ਕੀ ਹੈ, ਵਧਣਾ ਸ਼ੁਰੂ ਹੋ ਗਿਆ। ਪਹਿਲਾਂ ਕੀ ਸੀ, ਇਨਕੁਐਲਿਟੀ, ਪਾਵਰਟੀ, ਅਨਇੰਪਲਾਇਮੈਂਟ ਪਹਿਲਾਂ ਵੀ ਬਹੁਤ ਜ਼ਿਆਦਾ ਸੀ ਲੇਕਿਨ ਗਲੋਬਲਾਈਜੇਸ਼ਨ ਨੇ ਕੀ ਕੀਤਾ, ਇਹਨਾਂ ਦੀ ਜਿਹੜੀ ਪਾਵਰ ਸੀਗੀ, ਇਹਨਾਂ ਦਾ ਜਿਹੜਾ ਗੈਪ ਸੀ ਉਹਨੂੰ ਕੀ ਕਰਤਾ, ਇਨਕਰੀਜ਼ ਕਰਤਾ। ਇਹਦੇ ਨਾਲ ਅਨਇਕੁਐਲਿਟੀ ਕੀ ਹੈ, ਬਹੁਤ ਜ਼ਿਆਦਾ ਵੱਧ ਗਈ, ਬਹੁਤ ਜ਼ਿਆਦਾ ਪਾਵਰਟੀ ਆ ਗਈ। ਜਿਹੜੇ ਵੀਕ ਸੈਕਸ਼ਨ ਸੋਸ਼ਲ ਸੈਕਸ਼ਨ ਸੀਗੇ ਉਹਨਾਂ 'ਤੇ ਇਹਨਾਂ ਦਾ ਬੈਡ ਇਫੈਕਟ ਪਿਆ। ਛੋਟੇ ਜਿਹੜੇ ਬਿਜ਼ਨਸਮੈਨ ਸੀਗੇ ਉਹਨਾਂ ਦੀ ਇਨਕਮ ਘੱਟ ਗਈ ਕਿਉਂਕਿ ਇਹਨਾਂ ਦਾ ਫਾਇਦਾ ਕਿਹਨੂੰ ਹੋ ਗਿਆ, ਵੱਡਿਆਂ ਨੂੰ ਹੋ ਗਿਆ। ਜਿਹੜੇ ਵੱਡੇ ਬਿਗ ਬਿਜ਼ਨਸਮੈਨ ਸੀ ਉਹਨਾਂ ਨੂੰ ਜ਼ਿਆਦਾ ਪ੍ਰੋਫਿਟ ਹੋਇਆ ਕੰਪੈਰੀਜ਼ਨ ਟੂ ਸਮੋਲ ਬਿਜ਼ਨਸਮੈਨ। ਅਤੇ ਜਿਹੜੇ ਹੈਗੇ ਸੀਗੇ ਜੇ ਕੋਈ ਵਰਕਰਸ ਬਾਹਰੋਂ ਆਉਂਦੇ ਸੀ ਤਾਂ ਉਹਨਾਂ ਨਾਲ ਇੰਨਾ ਜ਼ਿਆਦਾ ਵਧੀਆ ਬਿਹੇਵ ਨਹੀਂ ਕੀਤਾ ਜਾਂਦਾ ਸੀਗਾ ਜਿੰਨਾ ਜਿਹੜੇ ਆਪਣੇ ਇੰਡੀਅਨਸ ਵਰਕਰਸ ਦੇ ਨਾਲ ਕੀਤਾ ਜਾਂਦਾ ਸੀ। ਠੀਕ ਹੈ, ਕਲੀਅਰ। ਇਹ ਸੀ ਤੁਹਾਡਾ ਗਲੋਬਲਾਈਜੇਸ਼ਨ। ਇੰਦਾਂ ਤੁਹਾਡਾ ਚੈਪਟਰ ਖਤਮ ਹੋ ਗਿਆ। ਹੁਣ ਆਪਾਂ ਨਿਊ ਚੈਪਟਰ ਸਟਾਰਟ ਕਰਾਂਗੇ ਆਪਣਾ। ਠੀਕ ਹੈ, ਹੁਣ ਤਾਂ ਤੁਹਾਡਾ ਸਮਝੋ ਤਕਰੀਬਨ ਹੋਣ ਵਾਲੀ ਹੈ, ਇੱਕ ਚੈਪਟਰ ਖਤਮ ਹੋਣ ਵਾਲੇ, ਬਸ 2-3 ਚੈਪਟਰ ਰਹਿ ਗਏ ਜਿਹਨਾਂ ਤੁਹਾਡੀ ਇੰਡੀਅਨ ਇਕੋਨਮੀ ਕੀ ਹੈ ਖਤਮ ਹੋ ਜਾਏਗੀ ਬੁੱਕ ਪੂਰੀ। ਅਤੇ ਤੁਹਾਡੀ ਬੀ ਬੁੱਕ ਵੀ ਕਾਫੀ ਕੀਤੀ ਹੋਈ ਹੈ, ਤੁਹਾਡਾ ਸਿਲੇਬਸ ਬਸ ਥੋੜ੍ਹਾ ਹੀ ਰਹਿ ਚੁੱਕਾ ਫਿਰ। ਕਲੀਅਰ। ਜੇ ਕਿਸੇ ਨੂੰ ਨਹੀਂ ਸਮਝ ਲੱਗੀ ਤਾਂ ਮੈਨੂੰ ਪਰਸਨਲੀ ਮੈਸੇਜ ਕਰਕੇ ਤੁਸੀਂ ਪੁੱਛ ਸਕਦੇ ਹੋ। ਓਕੇ, ਥੈਂਕ ਯੂ।